ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿੱਚ ਜੁੜ ਬੈਠੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੇ ਤਰਸ ਸਦਕਾ ਗੁਰਦੇਵ ਦੀ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਬਿਹਾਗੜੇ ਦੀ ਵਾਰ ਚੋਂ ਅੱਜ ਦੇ ਪਾਵਨ ਸ੍ਰੀ ਮੁਖਵਾਕ ਹੁਣੇ ਹੁਣੇ ਭਾਈ ਸਾਹਿਬ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸ਼ਲੋਕ ਤੀਸਰੇ ਪਾਤਸ਼ਾਹ ਨੇ ਉਚਾਰਨ ਕੀਤਾ ਹੈ ਔਰ ਪੌੜੀ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਸੋਢੀ ਸੁਲਤਾਨ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਕੁਝ ਸਮੇਂ ਲਈ ਯਤਨ ਕਰੀਏ ਕਿ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੁੜ ਜਾਣ। ਜਿੱਥੇ ਤਨ ਕਰਕੇ ਸਰੀਰ ਕਰਕੇ ਗੁਰੂ ਚਰਨਾਂ 'ਚ ਹਾਜ਼ਰੀ ਭਰ ਰਹੇ ਹਾਂ, ਉੱਥੇ ਮਨ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਲਈ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਮਨ ਪ੍ਰਤੀਤ ਨ ਆਈਆ ਸਹਿਜ ਨਾ ਲੱਗੂ ਭਾਉ। ਸ਼ਲੋਕ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਉਚਾਰਨ ਕਰ ਰਹੇ ਨੇ ਕਿ ਜਿਹੜਾ ਮਨਮੁਖ ਆਦਮੀ ਹੈ ਉਹਦੇ ਮਨ ਵਿੱਚ ਗੁਰੂ ਦੀ ਪ੍ਰਤੀਤ ਗੁਰੂ ਦਾ ਭਰੋਸਾ ਨਹੀਂ ਆਉਂਦਾ। ਇੱਕ ਬੜੀ ਵੱਡੀ ਕਠਿਨ ਖੇਡ ਹੈ ਕਿ ਸ਼ਬਦ ਗੁਰੂ ਤੇ ਪ੍ਰਤੀਤ ਕਰਨੀ, ਸ਼ਬਦ ਗੁਰੂ ਤੇ ਭਰੋਸਾ ਕਰਨਾ। ਕਿਸੇ ਦੀ ਦੇਹ ਤੇ ਕਿਸੇ ਦੇ ਸਰੀਰ ਨੂੰ ਵੇਖ ਕੇ ਉਹਦੇ ਤੇ ਭਰੋਸਾ ਛੇਤੀ ਵੱਜ ਜਾਂਦਾ। ਸ਼ਬਦ ਸੂਖਸ਼ਮ ਹੈ, ਵਿਆਪਕ ਹੈ, ਨਿਰਾਕਾਰ ਸਵਰੂਪ ਵੀ ਹੈ। ਪਰ ਜਦੋਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਤਾਂ ਫਿਰ ਉਹ ਪ੍ਰਗਟ ਗੁਰਾਂ ਕੀ ਦੇਹ ਵੀ ਹੈ। ਸ਼ਬਦ ਗੁਰੂ ਤੇ ਭਰੋਸਾ ਬਣਾਉਣਾ, ਸ਼ਬਦ ਗੁਰੂ ਤੇ ਪ੍ਰਤੀਤ ਕਰਨੀ, ਇਹ ਬਿਖਮ ਘਾਟੀ ਹੈ। ਕੋਈ ਵਿਰਲਾ ਗੁਰਮੁਖ ਹੀ ਲੰਘਦਾ ਹੈ, ਨਹੀਂ ਤਾਂ ਦੇਹਾਂ ਤੇ ਸਰੀਰਾਂ ਤੇ ਪ੍ਰਤੀਤ ਬਣ ਜਾਂਦੀ ਹੈ। ਮਨਮੁਖ ਦੀ ਪ੍ਰਤੀਤ ਤਾਂ ਥਾਂ ਥਾਂ ਤੇ ਹੁੰਦੀ ਹੈ। ਮਨਮੁਖ ਨੇ ਆਪਣੀ ਪ੍ਰਤੀਤ ਹੱਥ ਤੇ ਬੱਧੇ ਧਾਗੇ ਤੇ ਵੀ ਕਰ ਲੈਣੀ ਹੈ। ਮਨਮੁਖ ਦੀ ਪ੍ਰਤੀਤ ਗਲ 'ਚ ਪਾਏ ਤਵੀਤ ਤੇ ਵੀ ਹੋ ਸਕਦੀ ਹੈ। ਮਨਮੁਖ ਦੀ ਪ੍ਰਤੀਤ ਕਿਸੇ ਜੰਡ ਤੇ ਕਰੀਰ ਤੇ ਵੀ ਬਣ ਸਕਦੀ ਹੈ। ਮਨਮੁਖ ਦੀ ਪ੍ਰਤੀਤ ਕਿਸੇ ਕਬਰ ਤੇ ਮੜੀ ਤੇ ਵੀ ਬਣ ਸਕਦੀ ਹੈ। ਮਨਮੁਖ ਦੀ ਪ੍ਰਤੀਤ ਕਿਸੇ ਦੇਹ ਧਾਰੀ ਪਖੰਡੀ ਬਾਬੇ ਤੇ ਵੀ ਬਣ ਸਕਦੀ ਹੈ। ਇਸ ਕਰਕੇ ਮਨਮੁਖ ਨੂੰ ਕਦੇ ਗੁਰੂ ਦੀ ਪ੍ਰਤੀਤ ਨਹੀਂ ਆਉਂਦੀ, ਗੁਰੂ ਦਾ ਭਰੋਸਾ ਨਹੀਂ ਆਉਂਦਾ। ਕਿ ਜਿਸ ਨੇ ਸਾਰੀ ਜ਼ਿੰਦਗੀ ਕੱਚ ਇਕੱਠਾ ਕੀਤਾ ਹੋਵੇ ਉਹਨੂੰ ਹੀਰਿਆਂ ਦੀ ਪਰਖ ਨਹੀਂ ਹੁੰਦੀ।
ਹੀਰਾ ਮਿਲ ਵੀ ਜਾਏ ਤੇ ਬਾਂਦਰ ਨੂੰ ਰਤਨ ਮਿਲ ਵੀ ਜੇ, ਉਹਦੀ ਕੀਮਤ ਨਹੀਂ ਜਾਣਦਾ। ਇਸ ਕਰਕੇ ਗੁਰਦੇਵ ਸਪਸ਼ਟ ਲਫ਼ਜ਼ਾਂ 'ਚ ਕਹਿ ਰਹੇ ਨੇ, ਧੰਨ ਗੁਰੂ ਅਮਰਦਾਸ ਸਾਹਿਬ, ਗੋਇੰਦਵਾਲ ਸਾਹਿਬ ਦੇ ਵਿੱਚ ਪੂਰੇ ਵਿਸ਼ਵ ਭਰ ਤੋਂ ਲੋਕ ਆਉਂਦੇ ਆ ਮਹਾਰਾਜ ਜੀ ਦੇ ਦਰਸ਼ਨਾਂ ਨੂੰ, ਪਰ ਉਸੇ ਗੋਇੰਦਵਾਲ ਸਾਹਿਬ ਦੇ ਵਿੱਚ ਇੱਕ ਤਪਾ ਹੈ ਜਿਹਨੂੰ ਮੇਰੇ ਸਾਹਿਬ ਦੇ ਗੁਆਂਢ ਵਿੱਚ ਰਹਿਣ ਦਾ ਮਾਣ ਹੈ, ਪਰ ਫਿਰ ਵੀ ਉਹਨੂੰ ਸਤਿਗੁਰਾਂ ਤੇ ਪ੍ਰਤੀਤ ਨਹੀਂ ਆਈ, ਉਹਨੂੰ ਸਤਿਗੁਰਾਂ ਤੇ ਭਰੋਸਾ ਨਹੀਂ ਆਇਆ। ਉਹਦਾ ਪ੍ਰਸੰਗ ਜਗਤ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਗੌੜੀ ਦੀ ਵਾਰ ਵਿੱਚ ਲਿਖਿਆ। ਤੋ ਮਨਮੁਖ ਨੂੰ ਪ੍ਰਤੀਤ ਨਹੀਂ ਆਉਂਦੀ, ਔਰ ਜਦੋਂ ਤੱਕ ਮਨਮੁਖ ਦੇ ਅੰਦਰ ਗੁਰੂ ਤੇ ਪ੍ਰਤੀਤ ਨਹੀਂ ਬਣਦੀ, ਉਦੋਂ ਤੱਕ ਉਹਦਾ ਸਹਿਜ ਨਾਲ ਭਾਉ ਨਹੀਂ ਪੈਂਦਾ। ਸਹਿਜ ਅੰਦਰ ਦੀ ਉਹ ਅਵਸਥਾ ਹੈ ਜਿੱਥੇ ਜਾ ਕੇ ਸदैवी ਕਾਲ ਲਈ ਟਿਕਾ ਬਣ ਜਾਂਦਾ, ਜਿੱਥੇ ਕਦੇ ਖੜਬੜਾਹਟ ਨਹੀਂ ਹੁੰਦੀ, ਖਲਬਲੀ ਨਹੀਂ ਹੁੰਦੀ। ਟਿਕ ਜਾਣ ਦੀ ਅਵਸਥਾ ਦਾ ਨਾਮ ਸਹਿਜ ਹੈ। ਜਦੋਂ ਮਨਮੁਖ ਦੇ ਅੰਦਰ ਗੁਰੂ ਦੀ ਪ੍ਰਤੀਤ ਹੀ ਨਹੀਂ, ਫਿਰ ਉਹਦੇ ਅੰਦਰ ਸਹਿਜ ਕਿੱਥੇ ਆਉਣਾ? ਉਹਦਾ ਕਦੇ ਵੀ ਸਹਿਜ ਦੇ ਨਾਲ ਭਾਉ ਨਹੀਂ ਲੱਗਦਾ, ਸਹਿਜ ਦੇ ਨਾਲ ਉਹਦਾ ਕਦੇ ਪ੍ਰੇਮ ਨਹੀਂ ਬਣਦਾ। ਯਾਨੀ ਕਿ ਸਹਿਜ ਦਾ ਅਰਥ ਇੱਥੇ ਗਿਆਨ ਵੀ ਹੈ। ਉਹਨੂੰ ਗਿਆਨ ਚੰਗਾ ਨਹੀਂ ਲੱਗਦਾ, ਜਿੰਨਾ ਮਰਜ਼ੀ ਗਿਆਨ ਦੇ ਲੋ। ਉਹ ਜਿਵੇਂ ਹੁੰਦਾ ਨਾ ਵੀ ਕੋਹਲੂ ਦਾ ਬਲਦ ਉੱਥੇ ਹੀ ਬੱਧਾ, ਉੱਥੇ ਹੀ ਘੁੰਮਣਾ ਉਹਨੇ ਆਲੇ ਦੁਆਲੇ। ਉਹਨੂੰ ਜਿੰਨਾ ਮਰਜ਼ੀ ਗਿਆਨ ਦੇ ਲੋ ਵੀ ਉਹ ਸੱਜੇ ਖੱਬੇ ਵੀ ਦੁਨੀਆ ਹੈ, ਤੇ ਖੂਹ ਦੇ ਡੱਡੂ ਨੇ ਖੂਹ ਨੂੰ ਹੀ ਦੁਨੀਆ ਸਮਝ ਲਿਆ, ਉਹ ਨਹੀਂ ਮੰਨਦਾ। ਫਿਰ ਜਿੰਨਾ ਮਰਜ਼ੀ ਉਹਨੂੰ ਗਿਆਨ ਦੇ ਲੋ, ਖੁਦ ਬ੍ਰਹਮਾ ਵੀ ਆ ਕੇ ਗਿਆਨ ਦੇਣ ਲੱਗ ਪਵੇ ਫਿਰ ਵੀ ਨਹੀਂ ਸਮਝਣਾ। ਬ੍ਰਹਮਾ ਨੂੰ ਵੀ ਰੋਣਾ ਪਏਗਾ ਉਹਦੇ ਸਾਹਮਣੇ, ਹੱਥ ਜੋੜ ਕੇ, ਉਹ ਸੱਜਣਾ ਤੂੰ ਮੇਰਾ ਵੀ ਬਾਪ ਹੈ, ਤੂੰ ਮੰਨਣੀ ਤਾਂ ਹੈ ਨਹੀਂ। ਹਾਲਾਂਕਿ 4 ਵੇਦਾਂ ਦਾ ਵਕਤ ਹੈ। ਅੰਨੇ ਨੂੰ ਤੁਸੀਂ ਸ਼ੀਸ਼ਾ ਵਿਖਾਓ, ਲੱਖ ਕਹੋ ਵੇਖ ਤੂੰ ਆਪਣੀ ਸ਼ਕਲ ਕਿਵੇਂ ਵੇਖੇਗਾ। ਇਸ ਕਰਕੇ ਮਨਮੁਖ ਬੰਦੇ ਨੂੰ ਗਿਆਨ ਨਾਲ ਪ੍ਰੇਮ ਹੀ ਨਹੀਂ ਪੈਂਦਾ। ਉਹਦਾ ਧਾਗੇ ਤਵੀਤ ਟੂਣੇ ਦੇ ਉੱਤੇ ਤਾਂ ਭਰੋਸਾ ਬਣ ਜਾਂਦਾ ਹੈ, ਸਤਿਗੁਰਾਂ ਦੇ ਸ਼ਬਦ ਦੇ ਉੱਤੇ, ਗਿਆਨ ਦੇ ਉੱਤੇ ਭਰੋਸਾ ਨਹੀਂ ਬਣਦਾ, ਉੱਥੇ ਭਾਵ ਨਹੀਂ ਬਣਦਾ। ਇਹ ਮਨਮੁਖ ਦੀ ਦਸ਼ਾ ਹੈ। ਹਾਂਜੀ। ਸ਼ਬਦੈ ਸਾਧ ਨਾ ਪਾਇਓ, ਮਨ ਹਠ ਕਿਆ ਗੁਣ ਗਾਏ। ਸਤਿਗੁਰਾਂ ਦੇ ਸ਼ਬਦ ਦਾ ਸਵਾਦ ਹੀ ਨਹੀਂ ਆਉਂਦਾ ਮਨਮੁਖ ਨੂੰ। ਸ਼ਬਦੈ ਸਾਧ ਨਾ ਪਾਇਓ, ਸਤਿਗੁਰਾਂ ਦੇ ਸ਼ਬਦ ਦਾ ਸਾਧ ਨਹੀਂ ਆਉਂਦਾ ਮਨਮੁਖ ਨੂੰ। ਮਨ ਦੇ ਹੱਠ ਕਰਕੇ ਉਹ ਹਠੀਆ ਕੀ ਗੁਣ ਗਾਏਗਾ ਜੇ ਰੱਬ ਦੇ ਗੁਣ ਗਾਵੇ ਵੀ ਉਹ ਮਨ ਦੇ ਹੱਠ ਕਰਕੇ, ਜੇ ਉਹਨੂੰ ਸ਼ਬਦ ਦਾ ਸਵਾਦ ਹੀ ਨਹੀਂ ਹੈ, ਸ਼ਬਦ ਦਾ ਰਸ ਹੀ ਨਹੀਂ, ਜਿਹਨੇ ਸ਼ਬਦ ਦੀ ਮਹਿਮਾ ਹੀ ਨਹੀਂ ਜਾਣੀ, ਜੇ ਬੱਧਾ ਰੁੱਧਾ ਬਹਿ ਵੀ ਜੇ ਗੁਣ ਗਾਣ ਲਈ ਤਾਂ ਕੀ ਗੁਣ ਗਾਏਗਾ? ਉਹ ਤਾਂ ਫਿਰ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ ਵਾਲੀ ਖੇਡ ਹੋਣੀ। ਸ਼ਬਦ ਦਾ ਸਵਾਦ ਹੀ ਨਹੀਂ ਹੈ, ਸ਼ਬਦ ਦਾ ਰਸ ਹੀ ਨਹੀਂ ਹੈ, ਤੇ ਫਿਰ ਉਹ ਮਨਮੁਖ ਕੀ ਗੁਣ ਗਾਏਗਾ ਭਾਈ ਜੇ ਮਨ ਦੇ ਹੱਠ ਨਾਲ? ਕਿਉਂਕਿ ਮਨ ਦਾ ਹੱਠ ਤਾਂ ਹੰਕਾਰ ਚੋਂ ਉਪਜਦਾ ਨਾ, ਤੇ ਹੰਕਾਰ ਸਹਿਤ ਗਾਏ ਹੋਏ ਜਿਹੜੇ ਗੁਣ ਨੇ ਫਿਰ ਉਹ ਕੀ ਨੇ? ਯਾਨੀ ਕਿ ਉਹ ਮਾਇਨਾ ਹੀ ਨਹੀਂ ਰੱਖਦੇ। ਨਾਨਕ ਆਇਆ ਸੋ ਪਰਵਾਨ ਹੈ, ਜੇ ਗੁਰਮੁਖ ਸੱਚ ਸਮਾਏ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਇਸ ਮਾਤ ਲੋਕ ਦੀ ਧਰਤੀ ਤੇ ਆਉਣਾ ਉਹਨਾਂ ਦਾ ਪ੍ਰਵਾਨ ਹੈ ਜਿਹੜੇ ਸੱਚ ਦੀ ਕਮਾਈ ਕਰਦੇ ਨੇ, ਜਿਹੜੇ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਹਨ। ਮਹੱਲਾ ਤੀਜਾ। ਆਪਣਾ ਆਪ ਨਾ ਪਛਾਣੈ ਮੂੜਾ, ਅਵਰਾ ਆਖ ਦੁਖਾਏ। ਮੂਰਖ ਬੰਦਾ ਆਪਣਾ ਆਪ ਨਹੀਂ ਪਛਾਣਦਾ। ਮੂਰਖ ਬੰਦਾ ਆਪਣਾ ਆਪ ਨਹੀਂ ਪਛਾਣਦਾ, ਉਹਨੂੰ ਆਪਣੇ ਆਪੇ ਦੀ ਸੋਝੀ ਨਹੀਂ ਹੈ। ਉਹਨੇ ਸਗੋਂ ਦੂਜਿਆਂ ਨੂੰ ਬਾੜੇ ਭੈੜੇ ਬੋਲ ਬੋਲ ਕੇ ਦੂਜਿਆਂ ਦਾ ਦਿਲ ਦੁਖਾਉਣਾ। ਵਾਹਿਗੁਰੂ। ਗੁਰੂ ਖਾਲਸਾ ਜੀ, ਇੱਕ ਵਿਦਵਾਨ ਦਾ ਕਥਨ ਹੈ, ਉਹ ਕਹਿੰਦਾ ਗਰੀਬ ਕੋ ਮਤ ਦੁਖਾ, ਗਰੀਬ रो देगा, देखेगा उसका खुदा तो 2 जहां से खो देगा। ਗਰੀਬ ਦਾ ਮਤਲਬ ਕੇਵਲ ਪੈਸੇ ਕਰਕੇ ਨਹੀਂ ਕੋਈ ਗਰੀਬ ਹੁੰਦਾ।
ਕਈ ਵਾਰੀ ਉਹਦੀ ਪਰਿਸਥਿਤੀ ਐਸੀ ਹੁੰਦੀ ਹੈ ਵੀ ਉਹਦੀ ਹਾਲਤ ਗਰੀਬ ਵਾਲੀ ਮੰਨੀ ਜਾਂਦੀ ਹੈ, ਵੀ ਅੱਗੋਂ ਕੁਝ ਬੋਲ ਨਹੀਂ ਸਕਦਾ, ਉਹ ਕਹਿ ਨਹੀਂ ਸਕਦਾ। ਅਸੀਂ ਆਪਣਾ ਪ੍ਰਭਾਵ ਪਾ ਕੇ, ਜ਼ੋਰ ਪਾ ਕੇ ਉਸ ਦਾ ਜਦੋਂ ਦਿਲ ਦੁਖਾਉਣਾ ਹੈ, ਤੇ ਦੁਖੇ ਹੋਏ ਦਿਲ ਦੇ ਵਿੱਚੋਂ ਜਦੋਂ ਚੀਸ ਨਿਕਲਦੀ ਹੈ ਨਾ, ਫਿਰ ਉਹ ਲੋਕ ਪਰਲੋਕ ਵਿਗਾੜ ਕੇ ਰੱਖ ਦਿੰਦੀ ਹੈ। ਨਾ ਇਹ ਲੋਕ ਜੋਗਾ ਰਹਿੰਦਾ, ਨਾ ਪਰਲੋਕ ਜੋਗਾ ਰਹਿੰਦਾ। ਮਨਮੁਖ ਬੰਦੇ ਦਾ ਸੁਭਾਅ ਆ, ਉਹਨੇ ਹਮੇਸ਼ਾ ਦੂਜਿਆਂ ਦੇ ਦਿਲ ਦੁਖਣ ਦੀ ਗੱਲ ਕਰਨੀ। ਅਸੀਂ ਜੇ ਕਿਸੇ ਨੂੰ ਖੁਸ਼ੀ ਭਰੇ ਬੋਲ ਨਹੀਂ ਬੋਲ ਸਕਦੇ, ਤੇ ਸਾਨੂੰ ਹੱਕ ਨਹੀਂ ਕਿ ਭੈੜੇ ਬੋਲ ਬੋਲ ਕੇ ਕਿਸੇ ਦਾ ਦਿਲ ਬਲੂੰਦਰਦੇ ਫਿਰੀਏ। ਰਾਖਸ਼ ਨਹੀਂ ਹਾਂ ਅਸੀਂ, ਦਾਨਵ ਨਹੀਂ ਹਾਂ, ਮਨੁੱਖ ਹਾਂ। ਤੇ ਜੇ ਮਨੁੱਖ ਦੇ ਸਰੀਰ 'ਚ ਹੋ ਕੇ ਦਾਨਵੀ ਬਿਰਤੀ ਰੱਖਣੀ ਹੈ, ਫਿਰ ਮਨੁੱਖ ਕਹਾਉਣ ਦਾ ਕੋਈ ਹੱਕ ਨਹੀਂ ਹੈ। ਮਨਮੁਖ ਬੰਦਾ ਦਾਨਵੀ ਬਿਰਤੀ ਹੈ ਉਹਦੇ ਅੰਦਰ, ਉਹਨੇ ਆਪਣਾ ਆਪ ਤਾਂ ਪਛਾਣਨਾ ਨਹੀਂ, ਸਗੋਂ ਦੂਜੇ ਦਾ ਵੀ ਆਖ ਕੇ, ਭੈੜੇ ਬੋਲ ਆਖ ਕੇ, ਕੌੜੇ ਬੋਲ ਆਖ ਕੇ ਉਹਦਾ ਦਿਲ ਦੁਖਾਉਣਾ ਹੈ। ਮੁੰਡਾ ਦੀ ਖਸਲਤ ਨਾ ਗਈਆ ਅੰਧੇ, ਵਿਛੁੜ ਚੋਟਾਂ ਖਾਏ। ਮੁੰਡਾ ਦਾ ਮਤਲਬ ਹੁੰਦਾ ਮੁੱਢ ਤੋਂ ਹੀ ਉਹਨਾਂ ਦੀ ਆਦਤ ਬਣੀ ਹੁੰਦੀ ਹੈ। ਜਿਹੜੀ ਮੁੱਢ ਤੋਂ ਆਦਤ ਬਣੀ ਹੁੰਦੀ ਹੈ ਨਾ, ਉਹ ਬਦਲਦੀ ਨਹੀਂ ਹੈ। ਔਰ ਇਹੋ ਜਿਹੇ ਜਿਹੜੇ ਅੰਨੇ ਨੇ ਨਾ ਅਗਿਆਨਤਾ ਦੇ ਹਨੇਰੇ 'ਚ, ਉਹ ਸਾਹਿਬ ਦੇ ਦਰ ਤੋਂ ਵਿਛੜੇ ਹੋਏ ਦਰ ਬਦਰ ਚੋਟਾਂ ਖਾਂਦੇ ਹਨ। ਸਤਿਗੁਰ ਕੈ ਭੈ ਭੰਨ ਨਾ ਘੜਿਓ, ਰਹਿ ਅੰਕ ਸਮਾਏ। ਜਿਹੜੇ ਸਤਿਗੁਰਾਂ ਦੇ ਭੈ ਵਿੱਚ ਆਪਣੇ ਆਪ ਨੂੰ ਭੰਨ ਕੇ, ਸਤਿਗੁਰਾਂ ਦੇ ਸ਼ਬਦ ਵਿੱਚ ਆਪਣੀ ਘਾੜਤ ਨਹੀਂ ਘੜਦੇ। ਸਤਿਗੁਰਾਂ ਦਾ ਭੈ ਜਿਹੜਾ ਨਾ, ਇਹ ਘਾੜਤ ਘੜਦਾ ਹੈ। ਸਤਿਗੁਰਾਂ ਦੇ ਭੈ ਵਿੱਚ ਆ ਕੇ ਜਿਹੜੇ ਆਪਣੀ ਘਾੜਤ ਨਹੀਂ ਘੜਦੇ, ਉਹ ਕਦੇ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣਦੇ। ਤੇ ਜਿਨ੍ਹਾਂ ਨੇ ਸਾਹਿਬ ਦੇ ਭੈ ਵਿੱਚ ਆਪਣੀ ਘਾੜਤ ਘੜ ਲਈ ਆ ਸ਼ਬਦ ਦੇ ਅਨੁਸਾਰ, ਉਹ ਫਿਰ ਸਾਹਿਬ ਦੇ ਸਰੂਪ ਵਿੱਚ ਸਮਾ ਜਾਂਦੇ ਹਨ। ਅਨਦਿਨ ਸਹਸਾ ਕਦੇ ਨਾ ਚੂਕੈ, ਬਿਨ ਸ਼ਬਦਾ ਦੁਖ ਪਾਏ। ਇਹੋ ਜਿਹੇ ਮਨਮੁਖਾਂ ਦੇ ਅੰਦਰੋਂ ਸਹਸਾ ਨਹੀਂ ਚੁੱਕਦਾ ਕਦੇ। ਸਹਸਾ ਦਾ ਮਤਲਬ ਹੁੰਦਾ ਸੰਸ਼ੇ ਦੀ ਬਿਰਤੀ, ਉਹ ਦੂਰ ਨਹੀਂ ਹੁੰਦੀ। ਸਤਿਗੁਰਾਂ ਦੇ ਸ਼ਬਦ ਤੋਂ ਬਿਨਾਂ ਇਹੋ ਜਿਹੇ ਮਨਮੁਖ ਹਮੇਸ਼ਾ ਦੁੱਖ ਪਾਉਂਦੇ ਹਨ। ਕਾਮ ਕ੍ਰੋਧ ਲੋਭ ਅੰਤਰ ਸਬਲਾ, ਨਿਤ ਧੰਦਾ ਕਰਤ ਵਿਹਾਏ। ਕਾਮ ਕਰਕੇ, ਕ੍ਰੋਧ ਕਰਕੇ, ਲੋਭ ਕਰਕੇ ਉਹਨਾਂ ਦੇ ਅੰਦਰ ਇਹ ਬਿਰਤੀਆਂ ਪ੍ਰਬਲ ਰਹਿੰਦੀਆਂ। ਸਬਲਾ ਦਾ ਮਤਲਬ ਹੈ ਬਲ ਸਹਿਤ ਰਹਿੰਦੀਆਂ ਨੇ। ਔਰ ਮਨਮੁਖ ਬੰਦੇ ਧੰਦਿਆਂ ਵਿੱਚ ਹੀ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦੇ ਹਨ। ਚਰਨ ਕਰ ਦੇਖਤ ਸੁਣ ਥੱਕੇ, ਦੇਹ ਮੁੱਕੇ ਨੇੜੇ ਆਏ। ਇਹ ਸੱਜਣਾ, ਪੈਰ ਚੱਲਦਿਆਂ ਥੱਕ ਜਾਣੇ ਆ, ਹੱਥਾਂ ਨਾਲ ਕੰਮ ਕਰਦਿਆਂ ਹੱਥ ਥੱਕ ਜਾਣੇ ਆ, ਹਾਲਤ ਹੋ ਜਾਣੀ ਹੈ ਜਦੋਂ ਹੱਥ ਵਿੱਚ ਫੜਿਆ ਕੁੱਜਾ ਵੀ ਕੰਬਣਾ ਹੈ। ਸੱਜਣਾ, ਦਿਨ ਮੁੱਕ ਰਹੇ ਨੇ, ਹਾਲੇ ਵੀ ਚੇਤ, ਕਿਉਂਕਿ ਉਹ ਦਿਨ ਨੇੜੇ ਆ ਰਿਹਾ ਹੈ ਜਿਸ ਦਿਨ ਤੂੰ ਇਹ ਸੰਸਾਰ ਤੋਂ ਚਲੇ ਜਾਣਾ। ਸੱਚਾ ਨਾਮ ਨ ਲੱਗੋ ਮੀਠਾ, ਜਿਤ ਨਾਮ ਨਾਮ ਨਿਧ ਪਾਏ। ਜਿਨ੍ਹਾਂ ਨੂੰ ਸਾਹਿਬ ਦੇ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ, ਸਾਹਿਬ ਦੇ ਅੰਮ੍ਰਿਤ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ, ਹੇ ਭਾਈ, ਉਹਨਾਂ ਨੂੰ ਸੱਚੇ ਦਾ ਪਿਆਰਾ ਨਾਮ ਮਿੱਠਾ ਲੱਗਦਾ ਹੈ, ਪਿਆਰਾ ਲੱਗਦਾ ਹੈ। ਜੀਵਤ ਮਰੈ ਮਰੈ ਫੁਨ ਜੀਵੈ, ਤਾਂ ਮੋਖ ਅੰਤਰ ਪਾਏ। ਜਿਹੜੇ ਜਿਉਂਦਿਆਂ ਜੀ ਆਪਣੇ ਅੰਦਰੋਂ ਆਪਾ ਭਾਵ ਮਾਰ ਲੈਂਦੇ ਹਨ, ਜਿਉਂਦਿਆਂ ਜੀ ਫਿਰ ਜੀਵਦੇ ਨੇ, ਉਹਨਾਂ ਨੂੰ ਤਾਂ ਮੁਖੰਤਰ ਦਾ ਮਤਲਬ ਆਪਣੇ ਅੰਦਰ ਹੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਅੰਦਰੋਂ ਹੀ ਮੁਕਤ ਅਸੰਗ ਹੋ ਜਾਂਦੇ ਨੇ। ਵੇਦਾਂ ਦਾ ਇੱਕ ਵਾਕ ਹੈ, ਅਸੰਗੋਹੰ, ਮਹਾਵਾਕ ਹੈ, ਅਸੰਗੋਹੰ, ਮੈਂ ਅਸੰਗ ਹਾਂ। ਇਹ ਅਨੁਭਵ ਜੀਵਦਿਆਂ ਜੀ ਹੋ ਸਕਦਾ ਅੰਦਰੋਂ ਮੁਕਤ ਹੋਣ ਦਾ। ਉਹ ਤਾਂ ਜੇ ਜਿਉਂਦਿਆਂ ਜੀ ਪਹਿਲਾਂ ਆਪੇ ਭਾਵ ਨੂੰ ਮਾਰ ਕੇ ਫਿਰ ਜੀਵੇ।
ਹਾਂਜੀ। ਤੁਰ ਕਰਮ ਨਾ ਪਾਇਓ ਪ੍ਰਾਣੀ, ਵਿਨ ਕਰਮਾ ਕਿਆ ਪਾਏ। ਜੇ ਧੁਰ ਦਰਗਾਹ ਤੋਂ ਹੀ ਪਰਮੇਸ਼ਰ ਨੇ ਕਰਮ ਨਹੀਂ ਪਾਏ, ਲੇਖ ਨਹੀਂ ਪਾਏ ਆ ਬੰਦਿਆ, ਤੇ ਫਿਰ ਦੱਸ ਬਿਨਾਂ ਕਰਮਾਂ ਤੋਂ ਬਿਨਾਂ ਭਾਗਾਂ ਤੋਂ ਤੈਨੂੰ ਕੀ ਹਾਸਲ ਹੋਣਾ? ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਗਤ ਮਤ ਸ਼ਬਦੇ ਪਾਏ। ਗੁਰੂ ਕੇ ਸ਼ਬਦ ਦੀ ਸੰਭਾਲਣਾ ਕਰ ਹੈ ਮੂਰਖ, ਤਾਂ ਤੈਨੂੰ ਮੁਕਤੀ ਪ੍ਰਾਪਤ ਹੋਣੀ ਹੈ, ਤਾਂ ਤੈਨੂੰ ਗਤੀ ਹਾਸਲ ਹੋਣੀ ਹੈ। ਨਾਨਕ ਸਤਿਗੁਰ ਤਦ ਹੀ ਪਾਏ, ਜਾਂ ਵਿੱਚੋਂ ਆਪ ਗਵਾਏ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਸਤਿਗੁਰੂ ਜੀ ਦਾ ਮੇਲ ਤੈਨੂੰ ਤਾਂ ਹੀ ਪ੍ਰਾਪਤ ਹੋਣਾ ਹੈ ਜੇ ਤੂੰ ਆਪਣੇ ਵਿੱਚੋਂ ਆਪਣਾ ਆਪਾ ਭਾਵ ਗਵਾਵੇਂਗਾ। ਪੌੜੀ ਪੌੜੀ ਧੰਨ ਗੁਰੂ ਰਾਮਦਾਸ ਜੀ ਉਚਾਰਦੇ ਹਨ। ਜਿਸ ਦਾ ਚਿੱਤ ਵਸਿਆ ਮੇਰਾ ਸੁਆਮੀ, ਤਿਸ ਨੋ ਕਿਉ ਅੰਦੇਸਾ ਕਿਸੈ ਗੱਲਾਂ ਦਾ ਲੋੜੀਐ। ਏ ਵਾਹਿਗੁਰੂ, ਜਿਨ੍ਹਾਂ ਦੇ ਚਿੱਤ ਵਿੱਚ ਤੂੰ ਵਸਦਾ ਹੈ, ਜਿਨ੍ਹਾਂ ਦੇ ਹਿਰਦੇ 'ਚ ਤੂੰ ਵਸਦਾ, ਉਹਨਾਂ ਨੂੰ ਕਿਸੇ ਗੱਲ ਦਾ ਅੰਦੇਸਾ ਨਹੀਂ ਰਹਿੰਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹਨਾਂ ਦੇ ਹਿਰਦੇ 'ਚ ਕੋਈ ਕਿਸੇ ਵੀ ਤਰ੍ਹਾਂ ਦਾ ਭਰਮ, ਕਿਸੇ ਵੀ ਤਰ੍ਹਾਂ ਦਾ ਸੰਸਾ, ਜਿਨ੍ਹਾਂ ਨੇ ਭਰਮ ਹੀ ਚੁੱਕੀ ਫਿਰਨੇ ਆ, ਉਹ ਕਾਹਦੇ ਗੁਰੂ ਕੇ ਸਿੱਖ ਭਾਈ। ਵਾਹਿਗੁਰੂ ਗੁਰੂ ਕਾ ਸਿੱਖ ਤਾਂ ਭਰਮ 'ਚ ਪੈਂਦਾ ਹੀ ਨਹੀਂ, ਭਰਮ ਭੇਖਤੇ ਰਹਿ ਨਿਆਰਾ। ਜਿਨ੍ਹਾਂ ਦੇ ਹਿਰਦੇ ਵਿੱਚ ਹੈ ਸਾਹਿਬ ਜੀ ਮੇਰੇ ਸੁਆਮੀ ਧੰਨ ਗੁਰੂ ਅਮਰਦਾਸ ਜੀ ਤੁਸੀਂ ਵਸਦੇ ਹੋ, ਉਹਨਾਂ ਨੂੰ ਕਿਸੇ ਗੱਲ ਦਾ ਅੰਦੇਸਾ ਨਹੀਂ ਵੀ ਇਹ ਕਿਵੇਂ ਹੋਵੇਗਾ, ਆਹ ਕਿਵੇਂ ਹੋ ਸਕਦਾ ਹੈ। ਉਹ ਜਾਣ ਲੈਂਦੇ ਨੇ ਮੇਰੇ ਸੁਆਮੀ ਜੀ ਮੇਰੇ ਸਿਰ ਤੇ ਬੈਠੇ ਆਪੇ ਕਰਨਗੇ। ਅੰਦੇਸਾ ਤਾਂ ਡਰ ਤਾਂ ਅੰਦੇਸਾ ਡਰ ਨੂੰ ਵੀ ਕਹਿੰਦੇ ਆ ਨਾ। ਡਰ ਤਾਂ ਉਦੋਂ ਹੁੰਦਾ ਵੀ ਜਦੋਂ ਮੈਂ ਕਰਨਾ ਹੋਵੇ ਕੁਝ, ਜਦੋਂ ਪਤਾ ਵੀ ਮੇਰੇ ਸਿਰ ਤੇ ਮੇਰਾ ਮਾਲਕ ਬੈਠਾ, ਕਰਨਾ ਤਾਂ ਉਹਨੇ ਆ, ਫਿਰ ਕਾਹਦਾ ਡਰ ਭਾਈ। ਨਾਲੇ ਫਿਰ ਜਿਹੜਾ ਮਾਲਕ ਹੈ ਉਹ ਇਦਾਂ ਦਾ ਨਹੀਂ ਵੀ ਉਹ ਕੁਝ ਉਹਦੇ ਲਈ ਕਰਨਾ ਕੁਝ ਅਸੰਭਵ ਵੀ ਹੈ। ਮਾਲਕ ਵੀ ਫਿਰ ਇਹੋ ਜਿਹਾ ਹੈ ਜਿਹੜਾ ਜਲ ਤੇ ਥਲ ਕਰ ਥਲ ਤੇ ਕੂਆ ਖੇਡ ਕਰਨ ਦੀ ਸਮਰੱਥਾ ਰੱਖਦਾ ਹੈ। ਫਿਰ ਕਾਹਦਾ ਅੰਦੇਸਾ ਭਾਈ, ਫਿਰ ਕਿਸ ਗੱਲ ਦਾ ਡਰ। ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਤਿਸ ਨੋ ਧਿਆਏ ਦਿਆਂ ਕੇਵ ਨਿਮਖ ਘੜੀ ਮੋਹ ਮੋੜੀਐ। ਮੇਰਾ ਹਰੀ ਸਾਰੇ ਸੁੱਖਾਂ ਦਾ ਦਾਤਾ ਹੈ, ਸਾਰੀਆਂ ਗੱਲਾਂ ਦਾ ਦਾਤਾ ਹੈ। ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਸਰਵ ਗੱਲਾਂ ਕਰਕੇ ਉਹ ਸਾਨੂੰ ਸੁੱਖ ਦੇਣ ਵਾਲਾ ਹੈ, ਤੇ ਜਿਹੜਾ ਸਾਨੂੰ ਸਾਰੇ ਸੁੱਖ ਦੇਣ ਵਾਲਾ ਉਹਨੂੰ ਧਿਆਉਂਦਿਆਂ ਕਿਵੇਂ ਆਪਣਾ ਮੂੰਹ ਮੋੜੀਏ। ਨਿਮਖ ਘੜੀ ਮਾਤਰ ਵੀ ਆਪਣਾ ਮੂੰਹ ਉਹਦੇ ਤੋਂ ਕਿਵੇਂ ਮੋੜੀਏ। ਜਿਨ ਹਰ ਧਿਆਇਆ ਤਿਸ ਨੋ ਸਰਬ ਕਲਿਆਣ ਹੋਏ। ਜਿਨ੍ਹਾਂ ਨੇ ਹਰੀ ਨੂੰ ਧਿਆਇਆ ਉਹਨਾਂ ਨੂੰ ਸਰਬ ਪ੍ਰਕਾਰ ਦੀਆਂ ਮੁਕਤੀਆਂ ਮਿਲ ਗਈਆਂ। 4 ਮੁਕਤੀਆਂ ਦਸੀਆਂ ਜਾਂਦੀਆਂ ਵਿਦਵਾਨਾਂ ਵੱਲੋਂ। ਸਲੋਕ ਮੁਕਤੀ ਹੈ, ਸਮੀਪ ਮੁਕਤੀ ਹੈ, ਸਰੂਪ ਮੁਕਤੀ ਹੈ, ਸਜੁਜ ਮੁਕਤੀ ਹੈ। ਪਰ ਇਹਨਾਂ 4ਾਂ ਤੋਂ ਇੱਕ ਨਿਰਾਲੀ ਮੁਕਤੀ ਵੀ ਹੈ, ਕੈਵਲ ਮੁਕਤੀ, ਜੀਵਨ ਮੁਕਤੀ। ਜਿਹੜੇ ਹਰੀ ਨੂੰ ਧਿਆਉਂਦੇ ਆ ਉਹਨਾਂ ਨੂੰ ਸਾਰੀਆਂ ਹੀ ਮੁਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ। ਹਾਂਜੀ। ਨਿਤ ਸੰਤ ਜਨਾ ਕੀ ਸੰਗਤ ਜਾਏ ਬਈਐ ਮੋਹ ਜੋੜੀਐ। ਇਹ ਭਾਈ ਨਿਤ ਸੰਤ ਜਨਾਂ ਦੀ ਸੰਗਤ ਵਿੱਚ ਜਾ ਕੇ ਬਈਏ ਔਰ ਆਪਣਾ ਮੂੰਹ ਜੋੜ ਕੇ ਬੈਠੀਏ ਸੰਗਤ ਵਿੱਚ, ਯਾਨੀ ਕਿ ਸਨਮੁਖ ਹੋ ਕੇ ਬੈਠੀਏ। ਮੂੰਹ ਜੋੜਨ ਦਾ ਮਤਲਬ ਹੁੰਦਾ ਵੀ ਉਹਨਾਂ ਮਹਾਂਪੁਰਸ਼ਾਂ ਗੁਰਸਿੱਖਾਂ ਦੇ ਮੁਖ ਵੱਲ ਵੇਖ ਕੇ ਉਹਨਾਂ ਦੇ ਬਚਨ ਸੁਣੀਏ। ਹਾਂਜੀ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ। ਹਰੀ ਦੇ ਸੇਵਕ ਦੇ ਸਾਰੇ ਦੁੱਖ ਭੁੱਖ ਰੋਗ ਚਲੇ ਗਏ। ਸਭ ਜਨ ਕੇ ਬੰਧਨ ਤੋੜੀਐ। ਸਾਰਿਆਂ ਜਨਾਂ ਦੇ ਬੰਧਨ ਹੀ ਤੋੜ ਦਿੱਤੇ ਨੇ ਮੇਰੇ ਸੁਆਮੀ ਨੇ, ਸਾਰੇ ਬੰਧਨਾਂ ਨੂੰ ਤੋੜ ਦਿੱਤਾ ਹੈ। ਹਰ ਕਿਰਪਾ ਤੇ ਹੋਆ ਹਰ ਭਗਤ। ਹਰੀ ਦੀ ਕਿਰਪਾ ਨਾਲ ਹੀ ਹਰੀ ਦੀ ਭਗਤੀ ਹੁੰਦੀ ਹੈ। ਹਰ ਭਗਤ ਜਨਾ ਕੈ ਮੂੰਹ ਡਿਠੈ ਜਗਤ ਤਰਿਆ ਸਭ ਲੋੜੀਐ। ਹਰੀ ਵਾਹਿਗੁਰੂ ਪਰਮੇਸ਼ਰ ਦੇ ਭਗਤ ਜਨਾਂ ਦੇ ਦਰਸ਼ਨ ਕੀਤੇ ਆ। ਮੂੰਹ ਡਿਠੈ ਦਾ ਮਤਲਬ ਉਹਨਾਂ ਦੇ ਦਰਸ਼ਨ ਕੀਤੇ ਆ,
ਸਾਰਾ ਸੰਸਾਰ ਤਰਨਾ ਚਾਹੁੰਦਾ। ਰੱਬ ਦੇ ਪਿਆਰਿਆਂ ਦੇ ਭਗਤਾਂ ਦੇ ਦਰਸ਼ਨ ਹੀ ਤਾਰਨ ਦੀ ਸਮਰੱਥਾ ਰੱਖਦੇ, ਤੇ ਰੱਬ 'ਚ ਕਿੱਡੀ ਤਾਕਤ ਹੋਵੇਗੀ ਜਿਹਦੇ ਸੇਵਕਾਂ ਵਿੱਚ ਇੰਨੀ ਸਮਰੱਥਾ। ਧੰਨ ਬਾਬਾ ਬੁੱਢਾ ਸਾਹਿਬ, ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਨੋਦ ਸਿੰਘ, ਧੰਨ ਧੰਨ ਬਾਬਾ ਹਨੂਮਾਨ ਸਿੰਘ, ਧੰਨ ਧੰਨ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ, ਦੀਵਾਨ ਦਰਬਾਰਾ ਸਿੰਘ, ਬਾਬਾ ਵਿਨੋਦ ਸਿੰਘ, ਕਿੱਡੇ ਕਿੱਡੇ ਬਾਬਾ ਗੁਰਬਖਸ਼ ਸਿੰਘ ਜੀ, ਅਕਾਲ ਤਖਤ ਸਾਹਿਬ ਦੇ ਪਿੱਛੇ ਸ਼ਹੀਦੀ ਅਸਥਾਨ, ਜਿਨ੍ਹਾਂ ਦੇ ਸਿੱਖਾਂ ਦੇ ਦਰਸ਼ਨ ਕੀਤਿਆਂ ਜੀਵ ਤਰ ਜਾਂਦੇ ਐ। ਉਹਨਾਂ ਦੇ ਗੁਰੂ ਕਿੱਡੇ ਵੱਡੇ ਨੇ ਭਾਈ।